ਹੈਲੋ एवरीवन। सो ਅੱਜ ਇਸ ਲੈਕਚਰ ਦੇ ਵਿੱਚ ਆਪਾਂ ਬੇਸਿਕਲੀ ਯੂਨਾਈਟਿਡ ਨੇਸ਼ਨਸ ਦੇ ਬਾਰੇ ਪੜਾਂਗੇ ਡਿਟੇਲ ਦੇ ਵਿੱਚ। ਓਕੇ, ਸੋ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਇਕਨੋਮਿਕਸ ਦੇ ਵਿੱਚ ਆਪਾਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਾਲਾ ਪਾਰਟ ਹੈ ਜਿਹੜਾ ਉਹ ਕਵਰ ਕਰਨ ਜਾ ਰਹੇ ਹਾਂ। ਬਟ ਉਹ ਤੋਂ ਪਹਿਲਾਂ ਇੱਕ ਛੋਟਾ ਜਿਹਾ ਟੌਪਿਕ ਹੈ ਐਮਐਸਪੀ, ਇਹ ਰਹਿ ਗਿਆ ਸੀਗਾ ਇਕਨੋਮਿਕਸ ਦੇ ਲੈਕਚਰ ਦੇ ਵਿੱਚ। ਸੋ ਆਪਾਂ ਇਹ ਵਾਲਾ ਟੌਪਿਕ ਡਿਸਕਸ ਕਰਾਂਗੇ। ਦੈਨ ਅੱਜ ਆਪਾਂ ਪੂਰਾ ਯੂਨਾਈਟਿਡ ਨੇਸ਼ਨਸ ਬਾਰੇ ਡਿਸਕਸ ਕਰਾਂਗੇ। ਤੁਹਾਨੂੰ ਬਹੁਤ ਕੁਝ ਜਾਣਨ ਨੂੰ ਮਿਲੂਗਾ ਯੂਨਾਈਟਿਡ ਨੇਸ਼ਨਸ ਦੇ ਬਾਰੇ, ਤੇ ਆਪਾਂ ਦੇਖਾਂਗੇ ਕਿ ਕਿਸ ਟਾਈਪ ਦੇ ਕੁਐਸਚਨਸ ਹੈ ਜਿਹੜੇ ਉਹ ਪੁੱਛੇ ਜਾਂਦੇ ਆ। ਮੈਂ ਨਾਲ ਨਾਲ ਤੁਹਾਨੂੰ ਦੱਸੂਗੀ ਟੌਪਿਕ ਦੇ। ਓਕੇ, ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਐਮਐਸਪੀ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ। ਓਕੇ, ਸਪੈਸ਼ਲੀ ਅਗਰ ਤੁਸੀਂ ਪੀਪੀਐਸਸੀ ਦੇ ਐਗਜ਼ਾਮਸ ਦੇ ਰਹੇ ਹੋ ਉਹਦੇ ਲਈ। ਵੈਸੇ ਹਰ ਐਗਜ਼ਾਮ 'ਚ ਪੁੱਛਿਆ ਜਾਂਦਾ, ਬਟ ਪੀਪੀਐਸਸੀ ਐਗਜ਼ਾਮ ਲਈ ਬਹੁਤ ਇੰਪੋਰਟੈਂਟ ਟੌਪਿਕ ਹੈ। ਸੋ ਐਮਐਸਪੀ ਦੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਫੁੱਲ ਫਾਰਮ। ਇਹਦੀ ਫੁੱਲ ਫਾਰਮ ਕੀ ਹੈ? ਮਿਨੀਮਮ ਸਪੋਰਟ ਪ੍ਰਾਈਸ। ਐਮਐਸਪੀ ਉਹ ਰੇਟ ਹੁੰਦਾ ਹੈ ਜਿਹਦੇ ਉੱਪਰ ਜਿਹੜੀ ਗਵਰਨਮੈਂਟ ਹੈ ਉਹ ਪਰਚੇਸ ਕਰਦੀ ਹੈ ਕ੍ਰੌਪ ਫਾਰਮਰਸ ਤੋਂ। ਠੀਕ ਹੈ, ਹੁਣ ਐਮਐਸਪੀ ਦਾ ਅਗਰ ਆਪਾਂ ਨਾਮ ਦੇਖੀਏ ਕੀ ਹੈ? ਮਿਨੀਮਮ ਸਪੋਰਟ ਪ੍ਰਾਈਸ। ਅਗਰ ਆਪਾਂ ਸਪੋਰਟ ਨੂੰ ਇੱਕ ਵਾਰ ਭੁੱਲ ਜਾਈਏ ਤਾਂ ਕੀ ਹੈ? ਮਿਨੀਮਮ ਪ੍ਰਾਈਸ। ਸੋ ਯਾਨੀ ਕਿ ਇਹ ਉਹ ਪ੍ਰਾਈਸ ਹੁੰਦਾ ਹੈ ਕ੍ਰੌਪ ਦਾ ਜਿਹੜੀ ਕਿ ਗਵਰਨਮੈਂਟ ਫਾਰਮਰਸ ਨੂੰ ਕਹਿੰਦੇ ਆ ਕਿ ਅਸੀਂ ਤੁਹਾਨੂੰ ਤੁਹਾਡੇ ਕ੍ਰੌਪ ਲਈ ਮਿਨੀਮਮ ਇੰਨਾ ਪ੍ਰਾਈਸ ਤਾਂ ਦਵਾਂਗੇ ਹੀ ਦਵਾਂਗੇ। ਠੀਕ ਹੈ, ਵੀ ਤੁਹਾਡੀ ਕ੍ਰੌਪਸ ਦਾ ਮਿਨੀਮਮ ਇੰਨਾ ਦਾਮ ਤਾਂ ਲੱਗੂਗਾ ਹੀ ਲੱਗੂਗਾ, ਚਾਹੇ ਜੋ ਮਰਜ਼ੀ ਹੋ ਜੇ। ਅਗਰ ਆਪਾਂ ਗੱਲ ਕਰੀਏ ਐਮਐਸਪੀ ਦੇ ਵਿੱਚ ਕਿਹੜੀ ਕਿਹੜੀ ਕ੍ਰੌਪਸ ਨੇ, ਕਮਿਸ਼ਨ ਫॉर ਐਗਰੀਕਲਚਰ ਕਾਸਟ ਐਂਡ ਪ੍ਰਾਈਸ ਰਿਕਮੈਂਡ ਕਰਦਾ ਐਮਐਸਪੀ 22 ਮੈਂਡੇਟਡ ਕ੍ਰੌਪ ਦੇ ਲਈ। ਠੀਕ ਹੈ, ਤੇ ਫੇਅਰ ਤੇ ਰੈਮਿਊਨਰੇਟਿਵ ਪ੍ਰਾਈਸ ਸ਼ੂਗਰ ਕੇਨ ਦੇ ਲਈ। ਇਹ ਯਾਦ ਰੱਖਿਓ, ਪੇਪਰ 'ਚ ਬਹੁਤ ਵਾਰ ਪੁੱਛੋਗੇ ਕਿ ਕੌਣ ਰਿਕਮੈਂਡ ਕਰਦਾ ਹੈ ਐਮਐਸਪੀ ਕ੍ਰੌਪਸ ਲਈ? CACP, ਦੈਟ ਇਜ਼ ਕਮਿਸ਼ਨ ਫॉर ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ। ਤੇ ਕਿੰਨੇ ਕ੍ਰੌਪਸ ਲਈ ਕੀਤਾ ਜਾਂਦਾ? 22 ਲਈ। ਤੇ ਸ਼ੂਗਰ ਕੇਨ ਉਹਦੇ ਲਈ FRP ਹੈ ਜਿਹੜਾ ਉਹ ਸੈੱਟ ਕੀਤਾ ਜਾਂਦਾ ਹੈ। CACP ਹੈ ਜਿਹੜੀ ਉਹ ਅਟੈਚ ਹੈ ਵਿਦ ਆਫਿਸ ਮਿਨਿਸਟਰੀ ਆਫ ਐਗਰੀਕਲਚਰ ਐਂਡ ਫਾਰਮਰਸ ਵੈਲਫੇਅਰ। ਓਕੇ, ਹੁਣ ਇਹਦੇ ਵਿੱਚ 22 ਕ੍ਰੌਪਸ ਹੈ। ਉਹ 22 ਕ੍ਰੌਪਸ ਦੇ ਵਿੱਚ 14 ਖਰੀਫ ਸੀਜ਼ਨ ਦੀ ਕ੍ਰੌਪਸ ਹੈ, 6 ਰਾਬੀ ਸੀਜ਼ਨ ਦੀ ਕ੍ਰੌਪ ਹੈ, 20 ਹੋ ਗਏ, ਤੇ 2 ਕਮਰਸ਼ੀਅਲ ਕ੍ਰੌਪ ਹੈ। ਠੀਕ ਹੈ, ਉਹ ਤੋਂ ਬਾਅਦ ਜਿਹੜਾ ਐਮਐਸਪੀ ਹੈ ਤੋਰੀਆਂ ਦਾ ਤੇ ਡੀ ਹਸ ਕੋਕੋਨਟ ਦਾ, ਉਹਨੂੰ ਫਿਕਸ ਕੀਤਾ ਜਾਂਦਾ ਔਨ ਦਾ ਬੇਸ ਆਫ ਐਮਐਸਪੀ ਆਫ ਰੇਪਸੀਡ ਐਂਡ ਮਸਟਰਡ। ਓਕੇ, ਉਹ ਤੋਂ ਬਾਅਦ ਹੁਣ ਫੈਕਟਰ ਜਿਹਦੇ ਲਈ ਉਹ ਕੀ ਫੈਕਟਰਸ ਦੇਖਦੇ ਆ ਤੇ ਰਿਕਮੈਂਡ ਕਰਦੇ ਆ ਐਮਐਸਪੀ ਨੂੰ। CACP ਕਾਫੀ ਸਾਰੇ ਫੈਕਟਰਸ ਨੂੰ ਕੰਸੀਡਰ ਕਰਦਾ ਜਦੋਂ ਵੀ ਉਹਨੇ ਕਿਸੇ ਇੱਕ ਪਰਟੀਕੂਲਰ ਕ੍ਰੌਪ ਦੇ ਲਈ ਐਮਐਸਪੀ ਨੂੰ ਸੈੱਟ ਕਰਨਾ ਹੁੰਦਾ ਹੈ। ਠੀਕ ਹੈ, ਇਹਦੇ ਵਿੱਚ ਇਹ ਵੀ ਦੇਖੀ ਜਾਂਦੀ ਹੈ ਕਿ ਉਹ ਕ੍ਰੌਪ ਨੂੰ ਉਗਾਉਣ ਦੇ ਲਈ ਕਿੰਨੀ ਕਾਸਟ ਆਈ, ਕਲਟੀਵੇਸ਼ਨ ਲਈ ਕਿੰਨੀ ਕਾਸਟ ਆਈ, ਉਹ ਚੀਜ਼ ਵੀ ਇਹਦੇ ਵਿੱਚ ਦੇਖੀ ਜਾਂਦੀ ਹੈ। ਠੀਕ ਹੈ, ਸੋ ਇਹਦੇ ਵਿੱਚ ਸਪਲਾਈ ਐਂਡ ਡਿਮਾਂਡ ਸਿਚੁਏਸ਼ਨ ਦੇਖੀ ਜਾਂਦੀ ਹੈ ਕੋਮੋਡਿਟੀ ਲਈ, ਮਾਰਕੀਟ ਪ੍ਰਾਈਸ ਦਾ ਟ੍ਰੈਂਡ ਦੇਖਿਆ ਜਾਂਦਾ ਹੈ ਗਲੋਬਲੀ ਤੇ ਡੋਮੈਸਟਿਕਲੀ। ਦੈਨ ਅਦਰ ਕ੍ਰੌਪਸ ਦੀ ਪੈਰਿਟੀ ਦੇਖੀ ਜਾਂਦੀ ਹੈ ਐਂਡ ਇੰਪਲੀਕੇਸ਼ਨ ਫॉर ਕੰਜ਼ਿਊਮਰ ਇਨਵਾਇਰਮੈਂਟ ਐਂਡ ਟਰਮਸ ਆਫ ਟ੍ਰੇਡ ਬਿਟਵੀਨ ਐਗਰੀਕਲਚਰ ਐਂਡ ਨੋਨ ਐਗਰੀਕਲਚਰ ਸੈਕਟਰਸ। ਸੋ ਮੇਨ ਜਿਹੜਾ ਇਹਦੇ ਵਿੱਚ ਪੁੱਛਿਆ ਜਾਂਦਾ ਇੱਕ ਤਾਂ ਇਹਦੀ ਫੁੱਲ ਫਾਰਮ, ਇੱਕ ਇਹ ਹੁੰਦਾ ਕੀ ਹੈ, ਕਿੰਨੀ ਕ੍ਰੌਪਸ ਦੇ ਲਈ ਹੈ, ਤੇ ਉਸ ਤੋਂ ਬਾਅਦ ਇਹਨੂੰ ਕੌਣ ਰਿਕਮੈਂਡ ਕਰਦਾ ਹੈ, ਤੇ ਜਿਹੜੀ CACP ਉਹ ਕਿਹੜੀ ਮਿਨਿਸਟਰੀ ਦੇ ਅੰਡਰ ਕੰਮ ਕਰਦੀ ਹੈ। ਉਹ ਤੋਂ ਬਾਅਦ ਦੇਖੋ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ ਗਵਰਨਮੈਂਟ ਆਫ ਇੰਡੀਆ ਦੁਆਰਾ ਅਨਾਊਂਸ ਕੀਤਾ ਜਾਂਦਾ ਹੈ। ਸੋ ਅਨਾਊਂਸ ਕੌਣ ਕਰਦੀ ਹੈ? ਗਵਰਨਮੈਂਟ ਆਫ ਇੰਡੀਆ। ਰਿਕਮੈਂਡ ਕੌਣ ਕਰਦਾ ਹੈ? CACP। ਠੀਕ ਹੈ, ਕਦੋਂ ਅਨਾਊਂਸ ਕਰਦੀ ਹੈ? ਸੋਇੰਗ ਸੀਜ਼ਨ ਦੇ ਸਟਾਰਟਿੰਗ ਤੇ ਔਨ ਦਾ ਬੇਸਿਸ ਆਫ ਰਿਕਮੈਂਡੇਸ਼ਨ ਆਫ ਫਰੋਮ CACP। MSP is fixed by Government of India to protect producer farmers against excessive fall in price during bumper production years. Okay, ਸੋ ਕਈ ਵਾਰ ਕੀ ਹੁੰਦਾ ਕਿ ਬਹੁਤ ਜ਼ਿਆਦਾ ਪੈਦਾਵਾਰ ਹੋ ਜਾਂਦੀ ਹੈ ਕਿਸੇ ਪਰਟੀਕੂਲਰ ਕ੍ਰੌਪ ਦੀ, ਤਾਂ ਉਸ ਕੇਸ ਦੇ ਵਿੱਚ ਕੀ ਹੁੰਦਾ ਹੈ ਫਾਰਮਰਸ ਨੂੰ, ਕਿਉਂਕਿ ਹੁਣ ਦੇਖੋ ਕ੍ਰੌਪ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ, ਤਾਂ ਫਾਰਮਰਸ ਤਾਂ ਜਿਹੜੀ ਹੁਣ ਸਪਲਾਈ ਜ਼ਿਆਦਾ ਹੈ ਕਿਸੇ ਪਰਟੀਕੂਲਰ ਕ੍ਰੌਪ ਦੀ ਤਾਂ ਉਹਦੀ ਡਿਮਾਂਡ ਘੱਟ ਜੂਗੀ। ਠੀਕ ਹੈ, ਡਿਮਾਂਡ ਘਟੂਗੀ ਤਾਂ ਉਹ ਘੱਟ ਮਹਿੰਗੀ ਮਿਲੂ, ਮਤਲਬ ਸਸਤੀ ਵੇਚਣੀ ਪਊਗੀ ਫਾਰਮਰਸ ਨੂੰ। ਸਸਤੀ ਵੇਚਣੀ ਪਊਗੀ ਤਾਂ ਯਾਨੀ ਕਿ ਉਹਨਾਂ ਨੂੰ ਨੁਕਸਾਨ ਹੋ ਰਿਹਾ। ਠੀਕ ਹੈ, ਸੋ ਉੱਥੇ MSP ਬਚਾਵ ਕਰਦੀ ਹੈ ਫਾਰਮਰਸ ਦਾ। ਉਹ ਤੋਂ ਬਾਅਦ ਨੈਕਸਟ ਹੁਣ ਇਹਦੇ ਵਿੱਚ ਕਿਹੜੀ ਕਿਹੜੀ ਕ੍ਰੌਪਸ ਕਵਰਡ ਹੈ? ਗਵਰਨਮੈਂਟ ਅਨਾਊਂਸ ਮਿਨੀਮਮ ਸਪੋਰਟ ਪ੍ਰਾਈਸ ਫॉर 22 ਮੈਂਡੇਟਡ ਕ੍ਰੌਪਸ ਐਂਡ FRP ਫॉर ਸ਼ੂਗਰ ਕੇਨ। ਠੀਕ ਹੈ, ਹੁਣ ਇਹਦੇ ਵਿੱਚ ਦੇਖੋ ਕਿਹੜੀ ਕਿਹੜੀ ਕ੍ਰੌਪ ਹੈ। ਸੀਰੀਅਲਸ ਸਭ ਤੋਂ ਪਹਿਲਾਂ ਪੈਡੀ, ਵੀਟ, ਬਾਰਲੇ, ਜਵਾਰ, ਬਾਜਰਾ, ਮੇਜ਼, ਰਾਗੀ। ਪਲਸਿਸ ਦੇ ਵਿੱਚ ਗ੍ਰਾਮ, ਅਰਹਰ, ਤੁਰ, ਮੂੰਗ, ਉਰਦ, ਲੈਂਟਿਨ। ਦੈਨ ਆਇਲ ਸੀਡਸ ਦੇ ਵਿੱਚ ਗਰਾਊਂਡਨਟ, ਰੇਪ ਸੀਡ, ਮਸਟਰਡ, ਤੋਰੀਆਂ, ਸੋਇਆਬੀਨ, ਸਨਫਲਾਵਰ ਸੀਡ, ਸੀਸਮ, ਸੈਫਲਾਰ, then nigger seed, then raw cotton, raw jute, copra, dehusked coconut, sugar cane ਤੇ Virginia flu cute tobacco। ਓਕੇ, ਉਹ ਤੋਂ ਬਾਅਦ ਹੁਣ ਦੇਖੋ
कई बार पेपर च ये भी क्वेश्चन देखने को मिला कि MSP कितनी सैट की गई है। सो एक बार देख लियो ताकि तुहानू अंदाजा होवे, ठीक है, पर क्वांटल के हिसाब नाल है। सो पैडी दी 1868 2020 ਤੇ 2021 ਦੀ ਹੈ ਇਹ, then 2021 ਤੇ 2022 ਦੀ ਹੈ ਇਹ ਵਾਲੀ, ਠੀਕ ਹੈ। ਤੇ ਇਹ ਮਤਲਬ ਨੈਕਸਟ ਈਅਰ ਦੀ ਕਿੰਨੀ ਸੈੱਟ ਕੀਤੀ ਗਈ ਹੈ 1940। ਉਸ ਤੋਂ ਬਾਅਦ ਐਵੇਂ ਅਗਰ ਆਪਾਂ ਜਵਾਰ ਦੀ ਗੱਲ ਕਰੀਏ 2020-21 ਲਈ 2620 ਤੇ 2021-22 ਲਈ 2738। ਉਸ ਤੋਂ ਬਾਅਦ ਬਾਜਰਾ 2150 ਤੇ 2250, ਮੇਜ਼ 1850 ਤੇ 1870, ਰਾਗੀ 3295 3377, अरहर 6000 6300, मूंग 7196 ਇਹ 2020 2021 ਲਈ ਹੈ, ਇਹ 2021 2022 ਲਈ ਹੈ। 7275 उर्द की गल करिए 6000 6300, कॉटन की गल करिए 5515 5726, ठीक है। मीडियम स्टैपल है, दैन लॉन्ग स्टैपल के लिए 5825 तो 6025। उस तो बाद नैक्सट ग्राउंडनट इन शैल 5275 तो 5550, सनफ्लावर सीड्स 5885 6015। उस तो बाद सोयाबीन 3880 then 3950, सीसम 6855 7307, नाइजर सीड 6695 6930। मेन जी पूछते हैं ना वीट ये बहुत इंपॉर्टेंट है, तो उस तो इलावा जोड़ा पैडी है वो इंपॉर्टेंट है, ठीक है। सो वीट तो पैडी की जरूर याद रखनी है, बाकी एक बार आइडिया लै लियो कि किन्नी है वीट की। अगर आप गल करिए तो वीट की किन्नी है 1975 तो 2015, बारले की 1600 1635, ग्राम की 5100 5230, मसूर 5100 5500, दैन रेपसीड मस्टर्ड 4650 5050, सनफ्लावर 5237 5441, तोरियां 4650 तो 5050। उस तो बाद कोपरा 9960 10335, ओके। डीहस कोकोनट 2571 तो 2700, रॉ जूट 4225 तो 4500, दैन शुगर केन 290, ओके। सो शुगर केन की 2021 22 ਲਈ ਦਿੱਤੀ ਹੋਈ है। सो एक बार ਇਹਦਾ थोड़ा ਜਿਹਾ आइडिया ਲੈ लियो, ठीक है। उस तो बाद ਹੁਣ ਆਪਾਂ ਗੱਲ ਕਰਦੇ हैं यूनाइटेड नेशंस की। सो चेंज करते हैं पेन का कलर। देखो यूनाइटेड नेशन एक इंटरनेशनल ऑर्गेनाइजेशन है जिन्हों कि 1945 ਦੇ ਵਿੱਚ वर्ल्ड वार 2 तो बाद फॉर्म किया गया, ठीक है। ਜਿਹੜਾ ਚਾਰਟਰ ਸੀ ਉਹਦਾ ਉਹ ਸਾਈਨ ਹੋਇਆ ਸੀ ਸੈਨ ਫਰਾਂਸਿਸਕੋ ਦੇ ਵਿੱਚ 26 ਜੂਨ 1945 ਦੇ ਵਿੱਚ, ਤੇ ਐਗਜ਼ਿਸਟੈਂਸ ਆਈ 24 ਅਕਤੂਬਰ 1945 ਆਫਟਰ 51 ਕੰਟਰੀਜ਼ हैव साइन द चार्टर, ਜਦੋਂ 51 ਕੰਟਰੀਜ਼ ਨੇ ਇਹਨੂੰ ਸਾਈਨ ਕੀਤਾ, ओके। यूनाइटेड नेशन ਦੀ प्रीडिसैसर कौन है लीग ऑफ नेशन, मतलब पहला लीग ऑफ नेशन होंदी सी, उस तो बाद यूनाइटेड नेशन ਨੂੰ फॉर्म किया गया। ਜਿਹੜੀ लीग ऑफ नेशन है ट्रीटी ऑफ वर्सेलिस तो बाद बनाई गई सी 1919 ਦੇ ਵਿੱਚ, बट 1946 ਦੇ ਵਿੱਚ ਇਹਨੂੰ ਰੱਦ कर दिता गया। ਇਹਦਾ मिशन ਕੀ है मेनटेन करना इंटरनेशनल पीस सिक्योरिटी, ठीक है, डेवलपिंग फ्रेंडली नेशंस ਦੇ ਵਿੱਚ एंड प्रमोट करना सोशल प्रोग्रेस बैटर लिविंग स्टैंडर्ड्स ते ह्यूमन राइट्स ਨੂੰ। बहुत इंपॉर्टेंट है। हैडकुआटर कितने है न्यूयॉर्क दे विच। ऑफिशियल लैंग्वेजेस किहड़े-किहड़े ने अरबिक सॉरी चाइनीज़ इंग्लिश फ्रेंच स्पैनिश रशियन, ये बहुत इंपॉर्टेंट लैंग्वेजेस हैं सारियां, याद रखियो भी किहड़ी-किहड़ी है। सो मैंबर किन्ने ने टोटल यूनाइटेड नेशन दे 193। सब तो लास्ट च हजे लेटेस्ट कौन ऐड होया साउथ सुडान। जनरल सैकटरी एंटोनियो गुटरेस पोर्चुगल दे। यूनाइटेड सिस्टम है जिहड़ा वो बनया होया है, ਉਹਦੇ ਵਿੱਚ कुछ मेन ऑर्गनस है जिन्होंने एस्टैबलिश किया गया चार्टर ऑफ यूनाइटेड नेशन नाल स्पैशलाइज्ड एजेंसीज हैं जिन्हां दे बारे 57th आर्टिकल है जिहड़ा चार्टर दा ਉਹਦੇ ਵਿੱਚ गल की गई है। फंड ते प्रोग्राम है जिन्हों कि जनरल असैंबली द्वारा एस्टैबलिश किया गया अथॉरिटी के अंदर। ये जिहड़ी अथॉरिटी है जनरल असैंबली कोल कि फंड ते प्रोग्राम नूं एस्टैबलिश करो कित्थों मिली हुई है चार्टर के आर्टिकल नंबर 22 तो। सो सब तो पहला हुण आपां गल करते हैं मेन ऑर्गनस की। देखो सब तो पहला यूनाइटेड नेशन जनरल असैंबली, ठीक है, ये ऑर्गनस की गल कर रहे हैं आपां। सब तो पहला ऑर्गन है ये मेन डेलीबरेटिव ऑर्गन है, तो ये सारे मैंबर स्टेट है तो सब का एक वोट हुंदा है।
ਜਿਹੜਾ ਮੈਂਡੇਟ ਹੈ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਉਹ ਮੇਨ ਕੀ ਹੈ ਡਿਸਕਸ ਕਰਨਾ ਡਿਬੇਟ ਕਰਨਾ ਰਿਕਮੈਂਡੇਸ਼ਨ ਦੇਣਾ ਸਬਜੈਕਟਸ ਦੇ ਉੱਪਰ ਜਿਹੜੇ ਕਿ ਇੰਟਰਨੈਸ਼ਨਲ ਪੀਸ ਤੇ ਸਿਕਿਉਰਿਟੀ ਦੇ ਨਾਲ ਰਿਲੇਟਿਡ ਹੈ ਇਹਦੇ ਵਿੱਚ ਡਿਵੈਲਪਮੈਂਟ ਹੈ ਡਿਸਆਰਮਾਮੈਂਟ ਹੈ ਹਿਊਮਨ ਰਾਈਟ ਇੰਟਰਨੈਸ਼ਨਲ ਲਾਅ ਪੀਸਫੁਲ ਆਰਬਿਟ੍ਰੇਸ਼ਨ ਆਫ ਡਿਸਪਿਊਟ ਬਿਟਵੀਨ ਨੇਸ਼ਨ ਇਹ ਸਾਰੀ ਚੀਜ਼ਾਂ ਕੌਣ ਦੇਖਦਾ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਠੀਕ ਹੈ ਕੰਸੀਡਰ ਕਰਦਾ ਰਿਪੋਰਟ ਅਦਰ 4 ਆਰਗਨਸ ਤੋਂ ਯੂਨਾਈਟਿਡ ਨੇਸ਼ਨ ਦੇ ਅਸੈਸ ਕਰਦਾ ਫਾਈਨਲ ਸਿਚੁਏਸ਼ਨ ਮੈਂਬਰ ਸਟੇਟਸ ਦੀ ਅਪਰੂਵ ਕਰਦਾ ਯੂਨਾਈਟਿਡ ਨੇਸ਼ਨ ਦਾ ਬਜਟ ਓਕੇ ਉਹ ਤੋਂ ਬਾਅਦ ਜਿਹੜੇ ਅਸੈਂਬਲੀ ਹੈ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਉਹ ਰੈਗੂਲਰ ਸੈਸ਼ਨਸ ਦੇ ਵਿੱਚ ਮਿਲਦੀ ਹੈ ਸਤੰਬਰ ਤੋਂ ਲੈ ਕੇ ਦਸੰਬਰ ਦੇ ਵਿੱਚ ਸਪੈਸ਼ਲ ਸੈਸ਼ਨ ਤੇ ਐਮਰਜੈਂਸੀ ਸੈਸ਼ਨ ਹੈ ਜਿਹੜਾ ਉਹ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਅਗਰ ਰਿਕੁਐਸਟ ਕਰਦੀ ਹੈ ਤਾਂ ਲਗਾਇਆ ਜਾਂਦਾ ਹੈ ਉਹ ਤੋਂ ਬਾਅਦ ਅਪੁਆਇੰਟਮੈਂਟਸ ਬਾਈ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਇਹ ਅਪੁਆਇੰਟ ਕਰਦੀ ਹੈ ਸੈਕਟਰੀ ਜਨਰਲ ਯੂਨਾਈਟਿਡ ਨੇਸ਼ਨ ਦਾ ਤੇ ਉਹਦੀ ਰਿਕਮੈਂਡੇਸ਼ਨ ਕੌਣ ਦਿੰਦਾ ਹੈ ਸਿਕਿਉਰਿਟੀ ਕਾਉਂਸਲ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਪੁੱਛ ਸਕਦੇ ਹਾਂ ਕਿ ਯੂਨਾਈਟਿਡ ਨੇਸ਼ਨ ਦੇ ਜਿਹੜੇ ਸੈਕਟਰੀ ਜਨਰਲ ਹੈ ਉਹਨਾਂ ਨੂੰ ਅਪੁਆਇੰਟ ਕੌਣ ਕਰਦਾ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਤੇ ਕੌਣ ਰਿਕਮੈਂਡ ਕਰਦਾ ਉਹਨਾਂ ਦਾ ਨਾਮ ਸਿਕਿਉਰਿਟੀ ਕਾਉਂਸਲ ਓਕੇ ਇਹ ਇਲੈਕਟ ਕਰਦੀ ਹੈ ਨਾਨ ਪਰਮਾਨੈਂਟ ਮੈਂਬਰ ਸਿਕਿਉਰਿਟੀ ਕਾਉਂਸਲ ਦੇ ਵਿੱਚ ਤੇ ਮੈਂਬਰਸ ਸੋਸ਼ਲ ਤੇ ਇਕਨੋਮਿਕ ਕਾਉਂਸਲ ਦੇ ਲਈ ਸਿਕਿਉਰਿਟੀ ਕਾਉਂਸਲ ਨਾਲ ਮਿਲ ਕੇ ਇਲੈਕਟ ਕਰਦੇ ਆ ਜੱਜਸ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਲਈ ਇਹ ਬਹੁਤ ਇੰਪੋਰਟੈਂਟ ਰੋਲ ਹੈ ਜੋ ਵੀ ਆਪਾਂ ਪੜ੍ਹ ਰਹੇ ਹਾਂ ਉਹ ਤੋਂ ਬਾਅਦ ਅਗਰ ਆਪਾਂ ਮੈਂਬਰਸ਼ਿਪ ਦੀ ਗੱਲ ਕਰੀਏ 193 ਮੈਂਬਰ ਸਟੇਟਸ ਹੈ ਤੇ ਹਰੇਕ ਕੋਲ VOTING ਰਾਈਟਸ ਹੈ ਜਨਰਲ ਅਸੈਂਬਲੀ ਦੇ ਜਿਹੜੇ ਅਸੈਂਬਲੀ ਪ੍ਰੈਜ਼ੀਡੈਂਟ ਹੈ ਉਹ ਚੇਂਜ ਹੁੰਦੇ ਐਨੂਅਲ ਸੈਸ਼ਨ ਦੇ ਨਾਲ ਤੇ ਬਾਡੀ ਹੀ ਉਹਨੂੰ ਇਲੈਕਟ ਕਰਦੀ ਹੈ ਕਿ ਕੌਣ ਪ੍ਰੈਜ਼ੀਡੈਂਟ ਬਣੂਗਾ ਜਿਹੜੀ ਮੈਂਬਰਸ਼ਿਪ ਹੈ ਉਹ ਕੰਟੀਨਿਊਅਸ ਸੋ ਤਾਈਵਾਨ ਨੂੰ ਯੂਨਾਈਟਿਡ ਨੇਸ਼ਨ ਮੈਂਬਰਸ਼ਿਪ ਨਹੀਂ ਦਿੱਤੀ ਗਈ ਸੀ 2 ਡੈਕੇਡਸ ਲਈ ਬਿਕੋਜ਼ ਚਾਈਨਾ ਆਬਜੈਕਟ ਕਰ ਰਿਹਾ ਸੀ ਪੈਲਸਟੀਨ ਦਾ ਜਿਹੜਾ ਸਟੇਟਸ ਹੈ ਇਹਦੇ ਵਿੱਚ ਉਹ ਵੀ ਕੰਟਰੋਵਰਸ਼ੀਅਲ ਹੈ ਉਹ ਤੋਂ ਬਾਅਦ ਦੈਨ ਸੈਕਿੰਡ ਆਰਗਨ ਆਪਣੇ ਕੋਲ ਹੈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਇਹਦੀ ਪ੍ਰਾਇਮਰੀ ਰਿਸਪੌਂਸਿਬਿਲਿਟੀ ਕੀ ਹੈ ਮੇਨਟੇਨ ਕਰਨਾ ਇੰਟਰਨੈਸ਼ਨਲ ਪੀਸ ਤੇ ਸਿਕਿਉਰਿਟੀ ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਸਿਕਿਉਰਿਟੀ ਲਈ ਰਿਸਪੌਂਸਿਬਲ ਹੋ ਕਾਉਂਸਲ ਦੇ ਵਿੱਚ 15 ਮੈਂਬਰਸ ਹੈ 5 ਪਰਮਾਨੈਂਟ ਹੈ US UK ਰਸ਼ੀਆ ਫਰਾਂਸ ਚਾਈਨਾ ਤੇ 10 ਜਿਹੜੇ ਮੈਂਬਰਸ ਹੈ ਉਹਨਾਂ ਨੂੰ ਜਨਰਲ ਅਸੈਂਬਲੀ ਦੁਆਰਾ ਇਲੈਕਟ ਕੀਤਾ ਜਾਂਦਾ ਹੈ 2 ਸਾਲ ਦੇ ਲਈ ਸੋ ਜਿਹੜੇ ਨਾਨ ਪਰਮਾਨੈਂਟ ਮੈਂਬਰ ਆ ਉਹਨਾਂ ਦਾ ਡਿਊਰੇਸ਼ਨ ਕਿੰਨਾ ਹੁੰਦਾ 2 ਇਅਰਸ ਯਾਦ ਰੱਖਿਓ ਮੇਨ ਕ੍ਰਾਈਟੇਰੀਆ ਜਿਹੜਾ ਐਲੀਜੀਬਿਲਿਟੀ ਲਈ ਉਹ ਕੀ ਹੈ ਕਿ ਕਿੰਨਾ ਕੰਟਰੀਬਿਊਟ ਕੀਤਾ ਉਹਨੇ ਮੇਨਟੇਨੈਂਸ ਆਫ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਠੀਕ ਹੈ ਆਫਨ ਡਿਫਾਈਨਡ ਬਾਈ ਫਾਈਨੈਂਸ਼ੀਅਲ ਐਂਡ ਟਰੂਪ ਕੰਟਰੀਬਿਊਸ਼ਨ ਟੂ ਪੀਸ ਕੀਪਿੰਗ ਆਪਰੇਸ਼ਨ ਔਰ ਲੀਡਰਸ਼ਿਪ ਔਨ ਮੈਟਰਸ ਆਫ ਰੀਜਨਲ ਸਿਕਿਉਰਿਟੀ ਇਹ ਕੁਝ ਕਰਨ ਦੀ ਜ਼ਰੂਰਤ ਨਹੀਂ ਇੰਪੋਰਟੈਂਟ ਨਹੀਂ ਹੈ ਆ ਇੰਪੋਰਟੈਂਟ ਹੈ ਉੱਪਰਲਾ ਪੁਆਇੰਟ ਦੈਨ ਹੁਣ ਜਿਹੜੀ ਮੈਂਬਰਸ਼ਿਪ ਦੇ ਵਿੱਚ ਕਿਹੜੀ ਕੰਟਰੀਜ਼ ਨੂੰ ਰੱਖਣਾ ਹੈ ਠੀਕ ਹੈ ਇਹਦੇ ਵਿੱਚ ਵੀ ਜੀਓਗ੍ਰਾਫਿਕਲੀ ਇਕੁਇਟੇਬਲ ਡਿਸਟ੍ਰੀਬਿਊਸ਼ਨ ਕੀਤੀ ਹੁੰਦੀ ਹੈ ਜਿਵੇਂ ਅਫਰੀਕਨ ਗਰੁੱਪ ਦੇ ਵਿੱਚ 3 ਨੇਸ਼ਨ ਏਸ਼ੀਆ ਪੈਸੀਫਿਕ 2 ਲੇਟਿਨ ਅਮਰੀਕਨ ਕਰੇਬੀਅਨ ਗਰੁੱਪ 2 ਵੈਸਟਰਨ ਯੂਰਪ ਐਂਡ ਅਦਰ ਗਰੁੱਪ 2 ਦੈਨ ਈਸਟਰਨ ਯੂਰਪ ਗਰੁੱਪ 1 Arab states are given 1 seat alternatively drawn from either Africa quota or Asia by informal agreement. ਇਹ ਕੁਝ important ਨਹੀਂ ਹੈ just knowledge ਲਈ ਹੈ while other organ of United Nations can only make recommendation to member states. Security Council has power to make binding decision on member state. ਇਹ important ਹੈ ਕਿ ਜਿਹੜੇ ਯੂਨਾਈਟਿਡ ਨੇਸ਼ਨ ਦੇ ਅਦਰ ਆਰਗਨ ਹੈ ਉਹ ਸਿਰਫ ਮੈਂਬਰ ਸਟੇਟ ਨੂੰ ਰਿਕਮੈਂਡੇਸ਼ਨ ਦੇ ਸਕਦੇ ਆ ਬਟ ਜਿਹੜਾ ਸਿਕਿਉਰਿਟੀ ਕਾਉਂਸਲ ਹੈ ਉਹ ਬਾਈਂਡਿੰਗ ਡਿਸੀਜਨ ਦੇ ਸਕਦਾ ਹੈ ਮੈਂਬਰ ਸਟੇਟਸ ਨੂੰ ਜੋ ਸਟੇਟਸ ਨੂੰ ਮੰਨਣੇ ਪੈਣਗੇ ਜਿੰਨੇ ਵੀ ਮੈਂਬਰਸ ਉਹਨਾਂ ਕੋਲ ਇੱਕ ਵੋਟ ਹੈ ਤੇ ਜਿਹੜੇ ਪਰਮਾਨੈਂਟ ਮੈਂਬਰ ਉਹਨਾਂ ਕੋਲ ਵੀਟੋ ਪਾਵਰ ਹੈ ਠੀਕ ਹੈ ਉਹ ਤੋਂ ਬਾਅਦ ਨੈਕਸਟ ਦੇਖੋ ਇੰਡੀਆ ਐਂਡ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਸੋ ਇੰਡੀਆ ਨੂੰ ਰੀਸੈਂਟਲੀ ਇਲੈਕਟ ਕੀਤਾ ਗਿਆ ਐਜ਼ ਨਾਨ ਪਰਮਾਨੈਂਟ ਮੈਂਬਰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਏਸ਼ੀਆ ਪੈਸੀਫਿਕ ਗਰੁੱਪ ਤੋਂ ਠੀਕ ਹੈ 2 ਸਾਲ ਦੇ ਲਈ ਤੇ ਜਿਹੜਾ ਇੰਡੀਆ ਦਾ ਟਰਮ ਹੈ ਉਹ ਜਨਵਰੀ 1 2021 ਤੋਂ ਸਟਾਰਟ ਹੋ ਚੁੱਕਾ ਹੈ ਇੰਡੀਆ ਜਿਹੜਾ ਹੈ ਉਹ ਨਾਨ ਪਰਮਾਨੈਂਟ ਮੈਂਬਰ ਹੈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ 7 ਵਾਰ ਓਕੇ ਸੋ ਮਤਲਬ ਜਿਹੜਾ ਇੰਡੀਆ ਹੈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ 'ਚ 14 ਸਾਲ ਰਿਹਾ ਮੈਕਸੀਕੋ ਨਾਰਵੇ ਕੀਨੀਆ ਆਇਰਲੈਂਡ ਹੈ ਜਿਹੜੇ ਉਹਨਾਂ ਨੂੰ ਵੀ ਇਲੈਕਟ ਕੀਤਾ ਗਿਆ ਨਾਨ ਪਰਮਾਨੈਂਟ ਮੈਂਬਰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਜਿਹੜੀ ਪ੍ਰੈਜ਼ੀਡੈਂਸੀ ਹੈ ਕਾਉਂਸਲ ਦੀ ਉਹ ਹਰ ਮੈਂਬਰ ਨੂੰ ਟਰਨ ਬਾਈ ਟਰਨ ਮਿਲਦੀ ਹੈ 1 ਮੰਥ ਦੇ ਲਈ ਇੰਗਲਿਸ਼ ਅਲਫਾਬੈਟ ਆਰਡਰ ਨੂੰ ਫੋਲੋ ਕਰਕੇ ਮੈਂਬਰ ਦੇ ਨੇਮਸ ਮਤਲਬ ਮੈਂਬਰਸ ਦੇ ਜਿਹੜੇ ਨੇਮਸ ਆ ਉਹ ਇੰਗਲਿਸ਼ ਅਲਫਾਬੈਟ ਆਰਡਰ 'ਚ ਲਗਾਏ ਜਾਂਦੇ ਆ ਤੇ ਦੈਨ ਰੋਟੇਸ਼ਨ ਹੁੰਦੀ ਹੈ ਪ੍ਰੈਜ਼ੀਡੈਂਸੀ ਦੀ ਇੰਡੀਆ ਜਿਹੜਾ ਉਹਨੂੰ ਅਗਸਤ 2021 ਦੇ ਵਿੱਚ ਤੇ 2022 ਦੇ ਵਿੱਚ ਪ੍ਰੈਜ਼ੀਡੈਂਸੀ ਮਿਲੂਗੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਓਕੇ ਸੋ ਬਸ ਇਹਦੇ ਵਿੱਚ ਇੰਨਾ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ ਓਕੇ ਉਹ ਤੋਂ ਬਾਅਦ ਨੈਕਸਟ ਦੇਖੋ ਥਰਡ ਆਰਗਨ ਹੈ ਯੂਨਾਈਟਿਡ ਨੇਸ਼ਨ ਇਕਨੋਮਿਕ ਐਂਡ ਸੋਸ਼ਲ ਕਾਉਂਸਲ ਇਹ ਪ੍ਰਿੰਸੀਪਲ ਆਰਗਨ ਹੈ ਜਿਹੜਾ ਗਾਈਡ ਕਰਦਾ ਹੈ ਸਸਟੇਨੇਬਲ ਡਿਵੈਲਪਮੈਂਟ ਪੋਲਿਸੀਜ਼ ਤੇ ਕੋਆਰਡੀਨੇਟ ਕਰਦਾ ਐਕਟੀਵਿਟੀਜ਼ ਸੈਵਰਲ ਯੂਨਾਈਟਿਡ
ਨੇਸ਼ਨ ਯੂਨਿਟਸ ਦੀਆਂ ਤੇ ਆਰਗੇਨਾਈਜੇਸ਼ਨ ਦੇ ਜੋ ਵਰਕ ਕਰ ਰਹੀਆਂ ਡਿਵੈਲਪਮੈਂਟ ਤੇ ਸੋਸ਼ਲ ਇਕਨੋਮਿਕ ਇਸ਼ੂਜ਼ ਤੇ। ਇਹ ਪ੍ਰਿੰਸੀਪਲ ਬਾਡੀ ਹੈ ਇੰਪਲੀਮੈਂਟ ਕਰਨ ਦੇ ਲਈ ਇੰਟਰਨੈਸ਼ਨਲੀ ਐਗਰੀਡ ਡਿਵੈਲਪਮੈਂਟ ਗੋਲਸ ਨੂੰ। ਇਹਦੇ ਵਿੱਚ 54 ਮੈਂਬਰਸ ਹੈ ਜਿਨ੍ਹਾਂ ਨੂੰ ਇਲੈਕਟ ਕੀਤਾ ਜਾਂਦਾ ਜਨਰਲ ਅਸੈਂਬਲੀ ਦੇ ਦੁਆਰਾ 3 ਸਾਲ ਦੇ ਲਈ। ਠੀਕ ਹੈ, ਸੀਟਸ ਹੈ ਜਿਹੜੀ ਕਾਊਂਸਲ ਦੇ ਵਿੱਚ ਉਹਨੂੰ ਐਲੋਕੇਟ ਕੀਤਾ ਜਾਂਦਾ ਜੋਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਦੇ ਬੇਸ ਤੇ। 11 ਉਹਦੇ ਵਿੱਚੋਂ ਸੀਟਸ ਹੈ ਜਿਹੜੇ ਉਹ ਏਸ਼ੀਅਨ ਸਟੇਟਸ ਨੂੰ ਦਿੱਤੀਆਂ ਗਈਆਂ ਨੇ। ਓਕੇ, ਕਹਿੰਦਾ ਅਗਰ ਕਿਸੇ ਨੇਸ਼ਨ ਨੇ ਇਹਦਾ ਪਾਰਟ ਬਣਨਾ ਹੈ ਯੂਨਾਈਟਿਡ ਨੇਸ਼ਨ ਇਕਨੋਮਿਕ ਐਂਡ ਸੋਸ਼ਲ ਕਾਊਂਸਿਲ ਦਾ 3 ਸਾਲ ਦੇ ਲਈ, ਤਾਂ ਉਹਨੂੰ 2/3 ਮੈਜੋਰਿਟੀ ਚਾਹੀਦੀ ਹੈ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਤੋਂ। ਓਕੇ, ਹਰੇਕ ਮੈਂਬਰ ਹੈ ਜਿਹੜਾ ਕਾਊਂਸਿਲ ਦਾ ਉਹਦੇ ਕੋਲ ਇੱਕ ਵੋਟ ਹੁੰਦੀ ਹੈ ਤੇ ਸਿੰਪਲ ਮੈਜੋਰਿਟੀ ਨਾਲ ਵੋਟਿੰਗ ਹੁੰਦੀ ਹੈ। ਤੇ ਪ੍ਰੈਜ਼ੀਡੈਂਟ ਹੈ ਜਿਹੜਾ ਇਹਦਾ ਉਹਨੂੰ ਵੀ 1 ਸਾਲ ਦੇ ਲਈ ਅਪਾਇੰਟ ਕੀਤਾ ਜਾਂਦਾ। ਉਹ ਤੋਂ ਬਾਅਦ ਨੈਕਸਟ ਆਪਣੇ ਕੋਲ 4th ਆਰਗਨ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਇਹ ਪ੍ਰਿੰਸੀਪਲ ਜੁਡੀਸ਼ੀਅਲ ਆਰਗਨ ਹੈ ਯੂਨਾਈਟਿਡ ਨੇਸ਼ਨ ਦਾ ਤੇ ਇਹਨੂੰ ਵਰਲਡ ਕੋਰਟ ਵੀ ਬੋਲਦੇ ਆ। ਠੀਕ ਹੈ, ਅਗਰ ਆਪਾਂ ਗੱਲ ਕਰੀਏ ਤਾਂ ਹੈੱਡਕੁਆਟਰ ਕਿੱਥੇ ਹੈ, ਬਹੁਤ ਵਾਰ ਪੇਪਰ 'ਚ ਪੁੱਛ ਚੁੱਕੇ, ਨੀਦਰਲੈਂਡ ਦੇ ਹੇਗ ਦੇ ਵਿੱਚ। ਓਕੇ, ਤੇ ਓਨਲੀ ਪ੍ਰਿੰਸੀਪਲ ਆਰਗਨ ਹੈ ਯੂਨਾਈਟਿਡ ਨੇਸ਼ਨ ਦਾ ਜਿਹੜਾ ਕਿ ਨਿਊਯਾਰਕ ਦੇ ਵਿੱਚ ਨਹੀਂ ਹੈ, ਮਤਲਬ ਬਾਕੀ ਜਿਹੜੇ ਮੇਨ ਆਰਗਨਸ ਆ ਨਿਊਯਾਰਕ ਦੇ ਵਿੱਚ ਹੈ। ਓਕੇ, ਇਹ ਸੈਟਲ ਕਰਦਾ ਲੀਗਲ ਡਿਸਪਿਊਟ ਸਟੇਟਸ ਦੇ ਵਿੱਚ ਤੇ ਐਡਵਾਈਸਰੀ ਓਪੀਨੀਅਨ ਦਿੰਦਾ ਯੂਨਾਈਟਿਡ ਨੇਸ਼ਨ ਨੂੰ ਤੇ ਉਹਦੇ ਸਪੈਸ਼ਲਾਈਜ਼ਡ ਏਜੰਸੀਜ਼ ਨੂੰ। ਸਾਰੇ ਕੇਸਿਸ ਜਿਹੜੇ ਵੀ ਵਾਰ ਕ੍ਰਾਈਮਸ ਨਾਲ ਰਿਲੇਟਡ ਹੁੰਦੇ ਆ, ਇਲੀਗਲ ਸਟੇਟ ਇੰਟਰਫੇਰੈਂਸ ਨਾਲ ਰਿਲੇਟਡ ਹੁੰਦੇ ਆ, ਐਥਨਿਕ ਕਲੀਨਜ਼ਿੰਗ ਤੇ ਅਦਰ ਇਸ਼ੂਜ਼ ਹੈ, ਉਹਨਾਂ ਦੀ ਸੁਣਵਾਈ ਉਰੇ ਹੁੰਦੀ ਹੈ। ਠੀਕ ਹੈ, ਇਹਨੂੰ ਪ੍ਰਿਸਾਈਡ ਕੀਤਾ ਜਾਂਦਾ 15 ਜੱਜਿਸ ਦੁਆਰਾ ਜਿਨ੍ਹਾਂ ਨੂੰ ਕਿ 9 ਸਾਲ ਦੇ ਲਈ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੁਆਰਾ ਚੂਜ਼ ਕੀਤਾ ਜਾਂਦਾ ਹੈ। ਠੀਕ ਹੈ, ਐਂਡ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਿਲ ਦੁਆਰਾ ਕਿੰਨਾ ਲੋਕਾਂ ਤੋਂ, ਉਹ ਲੋਕਾਂ ਤੋਂ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਗਿਆ ਹੁੰਦਾ ਨੈਸ਼ਨਲ ਗਰੁੱਪਸ ਦੁਆਰਾ ਇਨ ਪਰਮਾਨੈਂਟ ਕੋਰਟ ਆਫ ਆਰਬਿਟ੍ਰੇਸ਼ਨ। ਅ ਕੈਂਡੀਡੇਟ ਨੀਡ ਟੂ ਗੈਟ ਐਨ ਐਬਸੋਲੂਟ ਮੈਜੋਰਿਟੀ ਇਨ ਬੋਥ ਦ ਚੈਂਬਰਸ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਐਂਡ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਿਲ, ਅਗਰ ਉਹਨੇ ਮੈਂਬਰ ਬਣਨਾ ਇਹਦਾ। ਠੀਕ ਹੈ, ਉਹ ਤੋਂ ਬਾਅਦ ਨੈਕਸਟ, ਸੋ ਅਗਰ ਤੁਹਾਨੂੰ ਪੇਪਰ 'ਚ ਪੁੱਛਿਆ ਜਾਵੇ ਕਿ ਕੋਈ ਇੰਡੀਅਨ ਹੈ ਜੋ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਮੈਂਬਰ ਹੈ, ਸੋ ਯੈਸ 1 ਇੰਡੀਅਨ ਹੈ। ਉਹਨਾਂ ਦਾ ਨਾਮ ਕੀ ਹੈ? ਦਲਵੀਰ ਭੰਡਾਰੀ। ਓਕੇ, ਸੋ ਉਹਨਾਂ ਦਾ ਨਾਮ ਯਾਦ ਰੱਖਿਓ, ਇੰਪੋਰਟੈਂਟ ਹੈ। ਉਹ ਤੋਂ ਬਾਅਦ ਨੈਕਸਟ ਆਰਗਨ ਹੈ ਟਰਸਟਸ਼ਿਪ ਕਾਊਂਸਿਲ। ਇਹਨੂੰ ਫਾਰਮ ਕੀਤਾ ਗਿਆ ਸੀ ਇੰਟਰਨੈਸ਼ਨਲ ਸੁਪਰਵਿਜ਼ਨ ਕਰਨ ਦੇ ਲਈ 11 ਟਰਸਟ ਟੈਰੀਟਰੀਜ਼ ਦਾ। ਠੀਕ ਹੈ, ਜਿਨ੍ਹਾਂ ਨੂੰ ਕਿ ਰੱਖਿਆ ਗਿਆ ਐਡਮਿਨਿਸਟ੍ਰੇਸ਼ਨ ਆਫ ਮੈਂਬਰ ਸਟੇਟਸ ਦੇ ਅੰਡਰ ਤੇ ਪ੍ਰੀਪੇਅਰ ਕਰਦੇ ਟੈਰੀਟਰੀਜ਼ ਨੂੰ ਸੈਲਫ ਗਵਰਨਮੈਂਟ ਤੇ ਇੰਡੀਪੈਂਡੈਂਸ ਲਈ। ਓਕੇ, ਕਾਊਂਸਿਲ ਇਹਦੇ ਬਾਰੇ ਬਸ ਇਹੀ ਯਾਦ ਰੱਖਣਾ ਹੈ। ਉਹ ਤੋਂ ਬਾਅਦ ਹੁਣ ਨੈਕਸਟ ਆਪਾਂ ਗੱਲ ਕਰਦੇ ਯੂਨਾਈਟਿਡ ਨੇਸ਼ਨ ਦੀ ਸਪੈਸ਼ਲਾਈਜ਼ਡ ਏਜੰਸੀਜ਼ ਦੇ ਬਾਰੇ। ਜਿਹੜੀ ਸਪੈਸ਼ਲਾਈਜ਼ਡ ਏਜੰਸੀਜ਼ ਹੈ ਉਹ ਲੀਗਲੀ ਇੰਡੀਪੈਂਡੈਂਟ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ। ਇਹਨਾਂ ਦੇ ਆਪਣੇ ਰੂਲਸ ਹੈ, ਮੈਂਬਰਸ਼ਿਪ ਹੈ, ਆਰਗਨਸ ਹੈ ਤੇ ਫਾਈਨੈਂਸ਼ੀਅਲ ਰਿਸੋਰਸਿਸ ਹੈ। ਠੀਕ ਹੈ, ਹੁਣ ਦੇਖੋ ਸਭ ਤੋਂ ਪਹਿਲਾਂ ਆਪਣੇ ਕੋਲ ਹੈ ਵਰਲਡ ਬੈਂਕ ਗਰੁੱਪ। ਜਿਹੜਾ ਵਰਲਡ ਬੈਂਕ ਗਰੁੱਪ ਹੈ ਇਹ ਫੈਮਿਲੀ ਹੈ 5 ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੀ। ਠੀਕ ਹੈ, ਜਿਹੜੇ ਕਿ ਲੋਨਸ ਪ੍ਰੋਵਾਈਡ ਕਰਦੇ ਹਨ ਡਿਵੈਲਪਿੰਗ ਕੰਟਰੀਜ਼ ਨੂੰ। ਓਕੇ, ਇਹ ਕਿਹੜੀ ਆਰਗੇਨਾਈਜੇਸ਼ਨ ਹੈ? ਇੰਟਰਨੈਸ਼ਨਲ ਬੈਂਕ ਫॉर ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ ਦੈਟ ਇਜ਼ IBRD, ਇੰਟਰਨੈਸ਼ਨਲ ਡਿਵੈਲਪਮੈਂਟ ਐਸੋਸੀਏਸ਼ਨ ਦੈਟ ਇਜ਼ IDA, ਇੰਟਰਨੈਸ਼ਨਲ ਫਾਈਨਾਂਸ ਕਾਰਪੋਰੇਸ਼ਨ ਦੈਟ ਇਜ਼ IFC, ਮਲਟੀਲੇਟਰਲ ਇਨਵੈਸਟਮੈਂਟ ਗਾਰੰਟੀ ਏਜੰਸੀ MIGA, ਇੰਟਰਨੈਸ਼ਨਲ ਸੈਂਟਰ ਫॉर ਸੈਟਲਮੈਂਟ ਆਫ ਇਨਵੈਸਟਮੈਂਟ ਡਿਸਪਿਊਟ ICSID, ਯੂਨਾਈਟਿਡ ਨੇਸ਼ਨ ਐਂਡ ਵਰਲਡ ਬੈਂਕ ਗਰੁੱਪ, IBRD, IFC, IDA ਇਹ ਸਪੈਸ਼ਲਾਈਜ਼ਡ ਏਜੰਸੀਜ਼ ਹੈ ਯੂਨਾਈਟਿਡ ਨੇਸ਼ਨ ਦੀਆਂ। ICSID ਐਂਡ MIGA ਇਹ ਸਪੈਸ਼ਲਾਈਜ਼ਡ ਏਜੰਸੀਜ਼ ਨਹੀਂ ਹੈ। ਇਹ ਦੋਨਾਂ ਦਾ ਨਾਮ ਯਾਦ ਰੱਖਿਓ ਵੀ ਆ 3 ਸਪੈਸ਼ਲਾਈਜ਼ਡ ਏਜੰਸੀਜ਼ ਹੈ ਤੇ ਨਹੀਂ ਹੈ। ਜਿੰਨੇ ਵੀ 5 ਇੰਸਟੀਟਿਊਟਸ ਹੈ ਇਹਨਾਂ ਦੀ ਆਪਣੀ ਕੰਟਰੀ ਮੈਂਬਰਸ਼ਿਪ ਹੈ, ਗਵਰਨਿੰਗ ਬੋਰਡਸ ਹੈ ਤੇ ਆਰਟੀਕਲਸ ਨੇ ਐਗਰੀਮੈਂਟ ਦੇ। ਠੀਕ ਹੈ, ਤੇ ਇਹ ਸਰਵ ਕਰਦੇ ਆ ਤੇ ਵਰਕ ਕਰਦੇ ਆ ਸਰਵ ਕਰਨ ਦੇ ਲਈ ਆਪਣੇ ਪਾਰਟਨਰ ਕੰਟਰੀਜ਼ ਨੂੰ। IBRD ਐਂਡ IDA ਪ੍ਰੋਵਾਈਡ ਕਰਦੇ ਆ ਲੋਨਸ ਪ੍ਰੈਫਰੇਬਲ ਰੇਟਸ ਦੇ ਉੱਪਰ ਮੈਂਬਰ ਕੰਟਰੀਜ਼ ਨੂੰ ਤੇ ਗ੍ਰਾਂਟਸ ਪ੍ਰੋਵਾਈਡ ਕਰਦੇ ਆ ਇਹ ਪੂਅਰੈਸਟ ਕੰਟਰੀਜ਼ ਨੂੰ। IFC, MIGA, ICSID ਫੋਕਸ ਕਰਦੇ ਆ ਸਟਰੈਂਥਨ ਕਰਨ ਦੇ ਲਈ ਪ੍ਰਾਈਵੇਟ ਸੈਕਟਰ ਡਿਵੈਲਪਿੰਗ ਕੰਟਰੀਜ਼ ਦੇ ਵਿੱਚ, ਪ੍ਰੋਵਾਈਡ ਕਰਕੇ ਫਾਈਨਾਂਸਿੰਗ, ਟੈਕਨੀਕਲ ਅਸਿਸਟੈਂਟ, ਪੋਲੀਟੀਕਲ ਰਿਸਕ ਇੰਸ਼ੋਰੈਂਸ, ਸੈਟਲਮੈਂਟ ਆਫ ਡਿਸਪਿਊਟ ਟੂ ਪ੍ਰਾਈਵੇਟ ਐਂਟਰਪ੍ਰਾਈਜ਼ਸ ਇੰਕਲੂਡਿੰਗ ਫਾਈਨੈਂਸ਼ੀਅਲ ਇੰਸਟੀਟਿਊਟਸ। ਓਕੇ, ਉਹ ਤੋਂ ਬਾਅਦ ਨੈਕਸਟ ਆਪਾਂ ਗੱਲ ਕਰਦੇ ਹਾਂ ਵਰਲਡ ਬੈਂਕ ਦੀ। IBRD ਤੇ IDA ਨੂੰ ਕਲੈਕਟਿਵਲੀ ਕੀ ਬੋਲਦੇ ਹਾਂ ਆਪਾਂ? ਵਰਲਡ ਬੈਂਕ। ਇਹ ਪ੍ਰੋਵਾਈਡ ਕਰਦਾ ਲੋਨ ਕੰਟਰੀਜ਼ ਨੂੰ ਕੈਪੀਟਲ ਪ੍ਰੋਗਰਾਮਸ ਦੇ ਲਈ। ਇਹਨੂੰ ਕ੍ਰੀਏਟ ਕੀਤਾ ਗਿਆ ਸੀ 1944 ਦੇ ਵਿੱਚ ਬ੍ਰਿਟਨ ਵੁੱਡ ਕਾਨਫਰੰਸ ਦੇ ਵਿੱਚ along with IMF that is International Monetary Fund. Very important point these are. It is like cooperative made up of 189 member countries. So ਇਹ 189 member countries ਨਾਲ ਮਿਲ ਕੇ ਬਣਿਆ ਹੋਇਆ ਹੈ।
ਜਿਹੜੀ ਮੈਂਬਰ ਕੰਟਰੀਜ਼ ਹੈ ਜਾਂ ਇਹ ਸ਼ੇਅਰ ਹੋਲਡਰਸ ਹੈ ਇਹਨਾਂ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਬੋਰਡ ਆਫ ਗਵਰਨਰਸ ਦੇ ਦੁਆਰਾ, ਜਿਹੜੇ ਕਿ ਅਲਟੀਮੇਟ ਪਾਲਿਸੀ ਮੇਕਰ ਹੈ ਵਰਲਡ ਬੈਂਕ ਦੇ ਵਿੱਚ। ਏਮ ਕੀ ਹੈ ਵਰਲਡ ਬੈਂਕ ਦਾ? ਐਂਡ ਕਰਨਾ ਐਕਸਟ੍ਰੀਮ ਪਾਵਰਟੀ ਨੂੰ, ਪ੍ਰਮੋਟ ਕਰਨਾ ਸ਼ੇਅਰਡ ਪ੍ਰੋਸਪੈਰਿਟੀ ਨੂੰ, ਤੇ ਪ੍ਰੋਵਾਈਡ ਕਰਨਾ ਸਸਟੇਨੇਬਲ ਡਿਵੈਲਪਮੈਂਟ। ਜਿੰਨੇ ਵੀ ਡਿਸੀਜਨਸ ਹੈ ਵਰਲਡ ਬੈਂਕ ਦੇ, ਠੀਕ ਹੈ, ਉਹਨਾਂ ਨੂੰ ਗਾਈਡ ਕੀਤਾ ਜਾਂਦਾ ਫੋਰਨ ਇਨਵੈਸਟਮੈਂਟ ਤੇ ਇੰਟਰਨੈਸ਼ਨਲ ਟ੍ਰੇਡ ਦੀ ਪ੍ਰਮੋਸ਼ਨ ਦੇ ਲਈ ਤੇ ਕੈਪੀਟਲ ਇਨਵੈਸਟਮੈਂਟ ਦੀ ਫੈਸਿਲਿਟੀ ਲਈ। ਓਕੇ, ਵਰਲਡ ਹੈਲਥ ਆਰਗੇਨਾਈਜੇਸ਼ਨ ਨਾਲ ਮਿਲ ਕੇ ਜਿਹੜਾ ਵਰਲਡ ਬੈਂਕ ਹੈ ਐਡਮਿਨਿਸਟਰ ਕਰਦਾ ਇੰਟਰਨੈਸ਼ਨਲ ਹੈਲਥ ਪਾਰਟਨਰਸ਼ਿਪ ਨੂੰ। ਹੁਣ ਇੰਪੋਰਟੈਂਟ ਪੁਆਇੰਟ ਅਗਲਾ ਕਿਹੜਾ ਇਹਦਾ ਵਿੱਚ ਆਹ ਵਾਲਾ ਕਿ ਵਰਲਡ ਬੈਂਕ ਕਿਹੜੀ ਰਿਪੋਰਟਸ ਨੂੰ ਪਬਲਿਸ਼ ਕਰਦਾ ਹੈ? ਡੂਇੰਗ ਬਿਜ਼ਨਸ ਰਿਪੋਰਟ, ਗਲੋਬਲ ਇਕਨੋਮਿਕ ਪ੍ਰੋਸਪੈਕਟ, ਗਲੋਬਲ ਫਾਈਨੈਂਸ਼ੀਅਲ ਡਿਵੈਲਪਮੈਂਟ ਰਿਪੋਰਟ, ਇੰਟਰਨੈਸ਼ਨਲ ਡੈਟ ਸਟੈਟਿਕਸ, then world development report, world development indicator, poverty and shared prosperity. Then next, international bank for reconstruction and development एक global development cooperative है ਜਿਹਨੂੰ ਕਿ 189 ਮੈਂਬਰ ਕੰਟਰੀਜ਼ ਦੁਆਰਾ ਓਨ ਕੀਤਾ ਜਾਂਦਾ ਤੇ ਲਾਰਜੈਸਟ ਡਿਵੈਲਪਮੈਂਟ ਬੈਂਕ ਹੈ ਵਰਲਡ ਦੇ ਵਿੱਚ। ਅਗਰ ਹੈੱਡਕੁਆਰਟਰਸ ਦੀ ਗੱਲ ਕਰੀਏ ਤਾਂ ਵਾਸ਼ਿੰਗਟਨ ਡੀਸੀ ਦੇ ਵਿੱਚ ਹੈ। 1944 ਦੇ ਵਿੱਚ ਇਹਨੂੰ ਐਸਟੈਬਲਿਸ਼ ਕੀਤਾ ਗਿਆ ਫਾਈਨਾਂਸ ਕਰਨ ਦੇ ਲਈ ਤਾਂ ਕਿ ਯੂਰਪੀਅਨ ਨੇਸ਼ਨਸ ਹੈ ਜਿਹੜੀ ਜੋ ਕਿ ਬਹੁਤ ਜ਼ਿਆਦਾ ਬੁਰੀ ਹਾਲਤ 'ਚ ਸੀਗੀਆਂ ਵਰਲਡ ਵਾਰ 2 ਤੋਂ ਬਾਅਦ, ਉਹਨਾਂ ਨੂੰ ਫਾਈਨਾਂਸ ਕੀਤਾ ਜਾਵੇ। ਇਹ ਸਪੋਰਟ ਕਰਦਾ ਵਰਲਡ ਬੈਂਕ ਗਰੁੱਪ ਦੇ ਮਿਸ਼ਨ ਨੂੰ, ਮਤਲਬ ਇਹ ਪ੍ਰੋਵਾਈਡ ਕਰਦਾ ਲੋਨ, ਗਰੰਟੀਜ਼, ਰਿਸਕ ਮੈਨੇਜਮੈਂਟ ਪ੍ਰੋਡਕਟ, ਐਡਵਾਈਸਰੀ ਸਰਵਿਸ ਮਿਡਲ ਇਨਕਮ ਤੇ ਲੋ ਇਨਕਮ ਕੰਟਰੀਜ਼ ਨੂੰ। ਓਕੇ, ਜਿਹੜਾ IBRD ਉਹ ਫਾਈਨਾਂਸ ਕਰਦਾ ਇਨਵੈਸਟਮੈਂਟ ਅਕ੍ਰੋਸ ਆਲ ਸੈਕਟਰ, ਪ੍ਰੋਵਾਈਡ ਕਰਦਾ ਟੈਕਨੀਕਲ ਸਪੋਰਟ ਤੇ ਐਕਸਪਰਟਾਈਜ਼ ਐਟ ਈਚ ਸਟੇਜ ਆਫ ਦ ਪ੍ਰੋਜੈਕਟ। IBRD places special emphasis on supporting lower middle income countries as they move up the economic chain, graduating from IDA to become clients of IBRD। बस ਇਹਦੇ ਬਾਰੇ ਇੰਨਾ ਕਿ ਇੰਪੋਰਟੈਂਟ ਹੈ। ਜਿਹੜਾ ਮੇਨ ਪੁਆਇੰਟ ਹੈ ਉੱਪਰਲੇ ਜਿਹੜੇ 3 ਪੁਆਇੰਟਸ ਉਹ ਮੇਨ ਪੁਆਇੰਟਸ ਆ ਵਾਲੇ, ਠੀਕ ਹੈ, ਬਾਕੀ ਨੂੰ ਇੱਕ ਵਾਰ ਬਸ ਦੇਖ ਲਿਓ। ਉਹ ਤੋਂ ਬਾਅਦ ਨੈਕਸਟ ਹੈ ਇੰਟਰਨੈਸ਼ਨਲ ਮੋਨੀਟਰੀ ਫੰਡ। ਇਹ ਕਾਫੀ ਇੰਪੋਰਟੈਂਟ ਹੈ। ਜਿਹੜਾ IMF ਹੈ ਯੂਨਾਈਟਿਡ ਨੇਸ਼ਨ ਕਾਨਫਰੰਸ ਇਨ ਬ੍ਰਿਟਨ ਵੁੱਡ, ਉਦੋਂ ਇਹਨੂੰ ਬਣਾਇਆ ਗਿਆ 1944 ਦੇ ਵਿੱਚ। 44 ਕੰਟਰੀਜ਼ ਉਹ ਕਾਨਫਰੰਸ ਦੇ ਵਿੱਚ ਉਹਨਾਂ ਨੇ ਬਿਲਡ ਕੀਤਾ ਇੱਕ ਫਰੇਮਵਰਕ ਇਕਨੋਮਿਕ ਕੋਆਪਰੇਸ਼ਨ ਦੇ ਲਈ ਤਾਂ ਕਿ ਕੰਪੀਟੇਟਿਵ ਡੀਵੈਲੂਏਸ਼ਨਸ ਆ ਜਿਹੜੀ ਉਹਦੀ ਰੈਪੀਟੀਸ਼ਨ ਨੂੰ ਅਵੋਇਡ ਕੀਤਾ ਜਾਵੇ, ਠੀਕ ਹੈ, ਜਿਨ੍ਹਾਂ ਨੇ ਕੰਟਰੀਬਿਊਟ ਕੀਤਾ ਗ੍ਰੇਟ ਡਿਪਰੈਸ਼ਨ ਦੇ ਵਿੱਚ 1930s ਦੇ। 189 ਕੰਟਰੀਜ਼ ਦੀ ਮੈਂਬਰਸ਼ਿਪ ਨਾਲ ਜਿਹੜਾ ਫੰਡ ਹੈ ਉਹਨੂੰ ਅਪਡੇਟ ਕੀਤਾ ਗਿਆ 2012 ਦੇ ਵਿੱਚ। ਇਹਦੇ ਵਿੱਚ ਮੈਕਰੋ ਇਕਨੋਮਿਕ ਤੇ ਫਾਈਨੈਂਸ਼ੀਅਲ ਸੈਕਟਰ ਇਸ਼ੂਜ਼ ਨੂੰ ਵੀ ਐਡ ਕੀਤਾ ਗਿਆ। ਹੁਣ ਦੇਖੋ ਇਹਦੀ ਕੋਰ ਰਿਸਪੌਂਸਿਬਿਲਿਟੀ ਕੀ ਹੈ? ਪ੍ਰੋਵਾਈਡ ਕਰਨਾ ਲੋਨ ਮੈਂਬਰ ਕੰਟਰੀਜ਼ ਨੂੰ, ਠੀਕ ਹੈ, ਜਿਨ੍ਹਾਂ ਦਾ ਐਕਸਪੀਰੀਅੰਸ ਹੈ ਐਕਚੁਅਲ ਤੇ ਪੋਟੈਂਸ਼ੀਅਲ ਬੈਲੈਂਸ ਆਫ ਪੇਮੈਂਟ ਪ੍ਰੋਬਲਮਸ ਦੇ ਵਿੱਚ। ਮਤਲਬ ਉਹ ਕੰਟਰੀ ਜਿਹੜੀਆਂ ਬੈਲੈਂਸ ਆਫ ਪੇਮੈਂਟ ਪ੍ਰੋਬਲਮਸ ਝੇਲ ਰਹੀਆਂ ਨੇ, IMF ਉਹਨਾਂ ਨੂੰ ਲੋਨ ਪ੍ਰੋਵਾਈਡ ਕਰਦਾ। ਡਿਵੈਲਪਮੈਂਟ ਬੈਂਕ ਦੀ ਤਰ੍ਹਾਂ ਜਿਹੜਾ IMF ਹੈ ਉਹ ਸਪੈਸੀਫਿਕ ਪ੍ਰੋਜੈਕਟ ਦੇ ਲਈ ਲੈਂਡ ਨਹੀਂ ਕਰਦਾ ਪੈਸੇ, ਠੀਕ ਹੈ। SDR is an international reserve asset created by IMF in 1969 to supplement its member countries' official reserve. Gold remain an important asset in reserve holding of several countries and IMF is still one of the world largest official holders of gold। ਹੁਣ ਇੰਪੋਰਟੈਂਟ ਪੁਆਇੰਟ ਇੱਕ ਹੋਰ ਕਿ IMF ਦੇ ਬਾਰੇ ਕਿ ਕਿਹੜੀ ਰਿਪੋਰਟਸ ਪਬਲਿਸ਼ ਕਰਦਾ ਹੈ। ਸਭ ਤੋਂ ਇੰਪੋਰਟੈਂਟ ਵਰਲਡ ਇਕਨੋਮਿਕ ਆਊਟਲੁੱਕ, ਗਲੋਬਲ ਫਾਈਨੈਂਸ਼ੀਅਲ ਸਟੇਬਿਲਿਟੀ ਰਿਪੋਰਟ ਸੈਕਿੰਡ ਹੈ ਇਹ ਵਾਲੀ। ਜਿਹੜੀ ਵਰਲਡ ਇਕਨੋਮਿਕ ਆਊਟਲੁੱਕ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਹੁਤ ਵਾਰ ਪੇਪਰ 'ਚ ਪੁੱਛਿਆ ਜਾ ਚੁੱਕਾ ਕਿ ਇਹਨੂੰ ਕੌਣ ਪਬਲਿਸ਼ ਕਰਦਾ, ਸੋ IMF। ਦੈਨ ਨੈਕਸਟ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ 1919 ਦੇ ਵਿੱਚ ਇਹਨੂੰ ਕ੍ਰੀਏਟ ਕੀਤਾ ਗਿਆ ਵਰਸਲੀਜ਼ ਪੀਸ ਟ੍ਰੀਟੀ ਦੇ ਨਾਲ, ਜਿਹਨੇ ਕਿ ਐਂਡ ਕੀਤਾ ਵਰਲਡ ਵਾਰ 1 ਨੂੰ। ਓਕੇ, ਲੀਗ ਆਫ ਨੇਸ਼ਨ ਦੇ ਡਿਸਮਾਈਸ ਤੋਂ ਬਾਅਦ ਜਿਹੜਾ ILO ਹੈ ਫਸਟ ਸਪੈਸ਼ਲਾਈਜ਼ ਏਜੰਸੀ ਬਣਿਆ ਜਿਹੜਾ ਕਿ ਯੂਨਾਈਟਿਡ ਨੇਸ਼ਨ ਨਾਲ ਐਸੋਸੀਏਟ ਸੀ। ਓਕੇ, 187 ਮੈਂਬਰ ਸੀਗੇ ਇਹਦੇ ਵਿੱਚ, 193 ਯੂਨਾਈਟਿਡ ਨੇਸ਼ਨ ਮੈਂਬਰ ਸਟੇਟਸ ਦੇ ਵਿੱਚ, ਪਲੱਸ ਇਹਦੇ ਵਿੱਚ ਕੁੱਕ ਆਈਲੈਂਡ ਜਿਹੜਾ ਹੈ ਉਹ ਵੀ ਸੀਗਾ। ਇਹ ਅਗਰ ਆਪਾਂ ਗੱਲ ਕਰੀਏ ਇਹਦੇ ਹੈੱਡਕੁਆਰਟਰਸ ਕਿੱਥੇ ਹੈ? ਸਵਿਟਜ਼ਰਲੈਂਡ ਦੇ ਜੈਨੇਵਾ ਦੇ ਵਿੱਚ। ਇਹਦੀ ਰਿਸਪੌਂਸਿਬਿਲਿਟੀ ਕੀ ਹੈ? ਓਵਰਸੀ ਕਰਨਾ ਇੰਟਰਨੈਸ਼ਨਲ ਲੇਬਰ ਸਟੈਂਡਰਡਸ ਨੂੰ, ਠੀਕ ਹੈ। ਉਹ ਤੋਂ ਬਾਅਦ ਜਿਹੜਾ ਮੇਨ ਇੰਪੋਰਟੈਂਟ ਪੁਆਇੰਟ ਹੈ ਇਹਦਾ ਉਹ ਕੀ ਹੈ ਕਿ ਪਬਲਿਸ਼ ਕਰਦਾ ਗਲੋਬਲ ਵੇਜ ਰਿਪੋਰਟ। ਓਕੇ, ਇੱਕ ਇਹ ਵੀ ਇੰਪੋਰਟੈਂਟ ਹੈ 1988 ਦੇ ਵਿੱਚ ਇੰਟਰਨੈਸ਼ਨਲ ਲੇਬਰ ਕਾਨਫਰੰਸ ਨੇ ਅਡੋਪਟ ਕੀਤਾ ਡੈਕਲੇਰੇਸ਼ਨ ਔਨ ਫੰਡਾਮੈਂਟਲ ਪ੍ਰਿੰਸੀਪਲ ਐਂਡ ਰਾਈਟ ਐਟ ਵਰਕ। ਜਿਹੜੀ ਡੈਕਲੇਰੇਸ਼ਨ ਹੈ ਇਹਦਾ ਏਮ ਕਿ ਐਲੀਮੀਨੇਟ ਕਰਨਾ ਸਾਰੇ ਤਰ੍ਹਾਂ ਦੀ ਫੋਰਸ ਜਾਂ ਕੰਪਲਸਰੀ ਲੇਬਰ, ਐਬੋਲਿਸ਼ ਕਰਨਾ ਚਾਈਲਡ ਲੇਬਰ ਨੂੰ ਤੇ ਐਲੀਮੀਨੇਟ ਕਰਨਾ ਡਿਸਕ੍ਰਿਮੀਨੇਸ਼ਨ ਜੋ ਇੰਪਲੋਇਮੈਂਟ ਤੇ ਆਕੂਪੇਸ਼ਨ ਦੇ ਵਿੱਚ ਹੋ ਰਿਹਾ।
ਉਸ ਤੋਂ ਬਾਅਦ ਨੈਕਸਟ ਹੈ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ। ਇਹਨੂੰ 1945 ਚ ਐਸਟੈਬਲਿਸ਼ ਕੀਤਾ ਗਿਆ। ਆਬਜੈਕਟਿਵ ਕੀ ਸੀ? ਐਲੀਮੀਨੇਟ ਕਰਨਾ ਹੰਗਰ ਨੂੰ ਤੇ ਇੰਪਰੂਵ ਕਰਨਾ ਨਿਊਟ੍ਰੀਸ਼ਨ ਸਟੈਂਡਰਡ ਆਫ ਲਿਵਿੰਗ, ਇਨਕਰੀਜ਼ ਕਰਕੇ ਐਗਰੀਕਲਚਰ ਪ੍ਰੋਡਕਟਿਵਿਟੀ ਨੂੰ। ਅਗਰ ਇਹਦੇ ਆਪਾਂ ਹੈੱਡਕੁਆਟਰ ਦੀ ਗੱਲ ਕਰੀਏ ਇਟਲੀ ਦੇ ਰੋਮ ਦੇ ਵਿੱਚ ਹੈ। ਓਕੇ, ਸੋ ਇਹਦੇ ਕਾਫੀ ਇੰਪੋਰਟੈਂਟ ਪ੍ਰੋਗਰਾਮਸ ਕਿਹੜੇ ਨੇ? ਫੂਡ ਸਿਕਿਉਰਿਟੀ ਪ੍ਰੋਗਰਾਮ, ਕੋਡੈਕਸ ਐਲੀਮੈਂਟਰੀਅਸ, ਇੰਟਰਨੈਸ਼ਨਲ ਪਲਾਂਟ ਪ੍ਰੋਟੈਕਸ਼ਨ ਕਨਵੈਨਸ਼ਨ। ਓਕੇ, ਉਹ ਤੋਂ ਬਾਅਦ ਨੈਕਸਟ हैगा यूनेस्को, काफ़ी इंपॉर्टेंट है। यूनेस्को की फुल फॉर्म क्या है? यूनाइटेड नेशन एजुकेशनल साइंटिफिक एंड कल्चरल ऑर्गेनाइजेशन। इसकी मेन रिस्पॉन्सिबिलिटी की है? प्रमोट करना पीस, सोशल जस्टिस, ह्यूमन राइट ते इंटरनेशनल सिक्योरिटी, इंटरनेशनल कोऑपरेशन के नाल किहदे उपर? एजुकेशन, साइंस ते कल्चर प्रोग्राम्स के उपर। ओके, ये 195 मैंबर स्टेट है तो यदा हैडकुआटर कित्थे है? फ्रांस के पैरिस के विच। ठीक है, एक ऐसी एजेंसी है जिहड़ी कि अलग अलग मिशनस ਨੂੰ ਪ੍ਰਮੋਟ ਕਰਦੀ ਹੈ, ਜਿਵੇਂ ਕਿ ਸੈਕਸ ਐਜੂਕੇਸ਼ਨ, ਲਿਟਰੇਸੀ, ਕਲੀਨ ਵਾਟਰ, ਇਕੁਐਲਿਟੀ ਫॉर ਵਿਮਨ। ਇਹ ਰਿਸਪੌਂਸਿਬਲ ਹੈ ਪ੍ਰਮੋਟ ਕਰਨ ਦੇ ਲਈ ਪੀਸ, ਸੋਸ਼ਲ ਜਸਟਿਸ, ਹਿਊਮਨ ਰਾਈਟ, ਇੰਟਰਨੈਸ਼ਨਲ ਸਿਕਿਉਰਿਟੀ, ਇੰਟਰਨੈਸ਼ਨਲ ਕੋਆਪਰੇਸ਼ਨ ਦੇ ਨਾਲ ਕਿਹਦੇ ਉੱਪਰ? ਐਜੂਕੇਸ਼ਨ, ਸਾਇੰਸ ਐਂਡ ਕਲਚਰਲ ਪ੍ਰੋਗਰਾਮਸ ਦੇ ਨਾਲ। ਠੀਕ ਹੈ, ਵਰਲਡ ਹੈਰੀਟੇਜ ਮਿਸ਼ਨ ਦੇ ਲਈ ਮਸ਼ਹੂਰ ਹੈ ਇਹ, ਜਿਹੜੀ ਵਰਲਡ ਕੰਟਰੀਜ਼ ਨੂੰ ਇਨਕਰੇਜ ਕਰਦਾ ਹੈ ਕਿ ਉਹ ਪ੍ਰੋਟੈਕਟ ਕਰਨ ਆਪਣੀ ਨੈਚੁਰਲ ਤੇ ਕਲਚਰਲ ਹੈਰੀਟੇਜ ਸਾਈਟਸ ਨੂੰ। ਇਹ ਪਬਲਿਸ਼ ਕਰਦਾ ਗਲੋਬਲ ਐਜੂਕੇਸ਼ਨ ਮੋਨੀਟਰਿੰਗ ਰਿਪੋਰਟ ਤੇ ਜੈਂਡਰ ਪੈਰਿਟੀ ਇੰਡੈਕਸ। ठीक है, मैन एंड बायोस्फीयर रिजर्व प्रोग्राम है जिहड़ा ਉਹ ਵੀ ਇਹ ਲੀਡ ਕਰਦਾ ਹੈ ਪ੍ਰੋਟੈਕਟ ਕਰਨ ਦੇ ਲਈ ਬਾਇਓਸਫੀਅਰ ਰਿਜ਼ਰਵ ਨੂੰ ਪੂਰੇ ਵਰਲਡ ਦੇ। ਦੇਖੋ, ਅਗਰ ਆਪਾਂ ਗੱਲ ਕਰੀਏ ਨਾ ਯੂਨਾਈਟਿਡ ਨੇਸ਼ਨ ਦੇ, ਆਪਾਂ ਬਹੁਤ ਸਾਰੇ ਏਜੰਸੀਜ਼ ਬਾਰੇ ਪੜਾਂਗੇ ਤਾਂ ਤੁਸੀਂ ਹਰ ਇੱਕ ਦੇ ਬਾਰੇ ਸਾਰਾ ਕੁਝ ਨਹੀਂ ਯਾਦ ਰੱਖ ਸਕਦੇ। ਤੁਸੀਂ ਮੇਨ ਉਹਨਾਂ ਦਾ ਫੰਕਸ਼ਨ ਕੀ ਹੈ, ਜਿਵੇਂ ਯੂਨੈਸਕੋ ਹੈ ਉਹ ਕਾਹਦੇ ਲਈ ਰਿਸਪੌਂਸਿਬਲ ਹੈ ਇਹ ਥੋੜ੍ਹਾ ਯਾਦ ਰੱਖਣਾ ਹੈ, ਉਹਨਾਂ ਦੇ ਹੈੱਡਕੁਆਟਰ ਯਾਦ ਰੱਖਣੇ ਆ, ਜੋ ਵੀ ਰਿਪੋਰਟਸ ਉਹ ਪਬਲਿਸ਼ ਕਰਦੇ ਆ ਉਹ ਯਾਦ ਰੱਖਣੀ ਹੈ। ਠੀਕ ਹੈ, ਉਹ ਤੋਂ ਬਾਅਦ ਨੈਕਸਟ ਦੇਖੋ ਵਰਲਡ ਹੈਰੀਟੇਜ ਸਾਈਟ ਦੀ ਗੱਲ ਕਰਦੇ ਹਾਂ ਜੋ ਯੂਨੈਸਕੋ ਨਾਲ ਰਿਲੇਟਿਡ ਹੈ। ਸੋ ਯੂਨੈਸਕੋ ਹੈ ਜਿਹੜਾ ਉਹ ਇਨਕਰੇਜ ਕਰਦਾ ਆਈਡੈਂਟੀਫਿਕੇਸ਼ਨ, ਪ੍ਰੋਟੈਕਸ਼ਨ, ਪ੍ਰੀਜ਼ਰਵੇਸ਼ਨ ਕਲਚਰਲ ਤੇ ਨੈਚੁਰਲ ਹੈਰੀਟੇਜ ਦੀ ਪੂਰੇ ਵਰਲਡ ਦੇ ਵਿੱਚ। ਠੀਕ ਹੈ, ਐਸੀ ਚੀਜ਼ਾਂ ਜੋ ਕਿ ਜਿਨ੍ਹਾਂ ਦੇ ਕਿ ਬਹੁਤ ਜ਼ਿਆਦਾ ਵੈਲਿਊ ਹੈ ਹਿਊਮੈਨਿਟੀ ਲਈ। ਠੀਕ ਹੈ, ਇਟ ਇਜ਼ ਇੰਪੋਇਡਡ ਇਨ ਐਨ ਇੰਟਰਨੈਸ਼ਨਲ ਟ੍ਰੀਟੀ ਕਾਲਡ ਕਨਵੈਨਸ਼ਨ concerning the protection of world culture and natural heritage adopted by UNESCO in 1972। वर्ल्ड हैरीटेज कमेटी मेन बॉडी है जो इंप्लीमेंट करती है कन्वेंशन ਨੂੰ। ਇਹਦੇ ਵਿੱਚ 21 स्टेट्स ऑफ पार्टीज ਦੇ रिप्रेजेंटेटिव्स हैं। ठीक है, जिन्हों कि जनरल असैंबली द्वारा इलैक्ट किया जाता है। ਹੁਣ ਕਿਹੜੀਆਂ ਸਾਈਟ ਵਰਲਡ ਹੈਰੀਟੇਜ ਸਾਈਟ ਦੀ ਲਿਸਟ 'ਚ ਆਉਣਗੀਆਂ? ਉਹ ਐਸੀਆਂ ਸਾਈਟਸ ਹੋਣੀਆਂ ਚਾਹੀਦੀਆਂ ਜਿਨ੍ਹਾਂ ਦੀ ਆਊਟਸਟੈਂਡਿੰਗ ਯੂਨੀਵਰਸਲ ਵੈਲਿਊ ਹੈ ਵਰਲਡ ਹੈਰੀਟੇਜ ਨੋਮੀਨੇਸ਼ਨ ਦੇ ਲਈ। ਓਕੇ, ਹੁਣ ਆ ਯਾਦ ਰੱਖੋ ਅਹਿਮਦਾਬਾਦ ਫਸਟ ਇੰਡੀਅਨ ਸਿਟੀ ਹੈ ਜਿਹਨੂੰ ਕਿ ਲਿਸਟ ਦੇ ਵਿੱਚ ਐਡ ਕੀਤਾ ਗਿਆ। ਜੈਪੁਰ ਸੈਕਿੰਡ ਸਿਟੀ ਹੈ। ਓਕੇ, ਉਹ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਜਿਹੜੀਆਂ ਇੰਡੀਆ ਦੇ ਵਿੱਚ ਨੇ ਟੋਟਲ ਉਹ ਕਿੰਨੀਆਂ ਨੇ? 38। ਠੀਕ ਹੈ, ਇਹਦੇ ਵਿੱਚ ਇੱਕ ਮਿਕਸਡ ਸਾਈਟ ਹੈ, 7 ਨੈਚੁਰਲ ਪ੍ਰੋਪਰਟੀਜ਼ ਹੈ ਤੇ 30 ਕਲਚਰਲ ਪ੍ਰੋਪਰਟੀਜ਼ ਹੈ। ਇਹ ਵਾਲਾ ਪੁਆਇੰਟ ਤੁਸੀਂ ਯਾਦ ਰੱਖਣਾ, ਇਹ ਵਾਲਾ ਯਾਦ ਰੱਖਣਾ ਤੇ ਬਾਕੀ ਤੁਸੀਂ ਆਹ ਵਾਲੇ ਦੋ ਦੇਖਣੇ ਆ ਬਸ ਥੋੜੇ ਜਿਹੇ। ਉਹ ਤੋਂ ਬਾਅਦ ਨੈਕਸਟ ਵਰਲਡ ਹੈਲਥ ਆਰਗੇਨਾਈਜੇਸ਼ਨ। ਵਰਲਡ ਹੈਲਥ ਆਰਗੇਨਾਈਜੇਸ਼ਨ ਫਸਟ ਗਲੋਬਲ ਹੈਲਥ ਆਰਗੇਨਾਈਜੇਸ਼ਨ ਹੈ ਜਿਹਨੇ ਰਿਪਲੇਸ ਕੀਤਾ ਕਾਫੀ ਜ਼ਿਆਦਾ ਰੀਜਨਲ ਨੈਸ਼ਨਲ ਹੈਲਥ ਬੋਡੀਜ਼ ਨੂੰ। ਇਹਦੇ ਵਿੱਚ 194 ਮੈਂਬਰਸ ਕੰਟਰੀਜ਼ ਹੈ ਤੇ ਅਗਰ ਆਪਾਂ ਇਹਦੇ ਹੈੱਡਕੁਆਟਰਸ ਦੀ ਗੱਲ ਕਰੀਏ ਤਾਂ ਕਿੱਥੇ ਹੈ? ਸਵਿਟਜ਼ਰਲੈਂਡ ਦੇ ਜਨੇਵਾ ਦੇ ਵਿੱਚ। ਇਹਦੇ ਕੋਲ ਅਥਾਰਟੀ ਹੈ ਡਾਇਰੈਕਟ ਤੇ ਕੋਆਰਡੀਨੇਟ ਕਰਨ ਦੀ ਮੈਟਰਸ ਨੂੰ ਜੋ ਕਿ ਇੰਟਰਨੈਸ਼ਨਲ ਹੈਲਥ ਨਾਲ ਰਿਲੇਟਡ ਹੈ। ਵਰਲਡ ਹੈਲਥ ਅਸੈਂਬਲੀ ਸੁਪਰੀਮ ਡਿਸੀਜਨ ਮੇਕਿੰਗ ਬੋਡੀ ਹੈ WHO ਦੀ। ਠੀਕ ਹੈ, ਜਿਹਨੂੰ ਕਿ ਅਟੈਂਡ ਕੀਤਾ ਜਾਂਦਾ ਮੈਂਬਰ ਸਟੇਟ ਦੇ ਡੈਲੀਗੇਟਸ ਦੇ ਦੁਆਰਾ। ਜਿਹੜੀ ਐਗਜ਼ੀਕਿਊਟਿਵ ਬੋਰਡ ਹੈ WHO ਦਾ ਇੰਪਲੀਮੈਂਟ ਕਰਦਾ ਡਿਸੀਜਨ ਤੇ ਪਾਲਿਸੀਜ਼ ਵਰਲਡ ਹੈਲਥ ਅਸੈਂਬਲੀ ਦੀਆਂ। ਵਰਲਡ ਹੈਲਥ ਅਸੈਂਬਲੀ ਕੀ ਫਾਰਮ ਜਿਹਦੇ ਰਾਹੀਂ ਜਿਹੜਾ WHO ਹੈ ਉਹਨੂੰ ਗਵਰਨ ਕੀਤਾ ਜਾਂਦਾ 194 ਮੈਂਬਰ ਸਟੇਟਸ ਦੇ ਦੁਆਰਾ। ਠੀਕ ਹੈ, ਉਹ ਤੋਂ ਬਾਅਦ ਨੈਕਸਟ ਅਗਰ ਆਪਾਂ ਗੱਲ ਕਰੀਏ ਇਹਦੇ ਮੇਨ ਫੰਕਸ਼ਨਸ ਕੀ ਡਿਟਰਮਾਈਨ ਕਰਨਾ ਪੋਲਿਸੀ ਆਰਗੇਨਾਈਜੇਸ਼ਨ ਦੇ ਅਪਾਇੰਟ ਕਰਨਾ ਡਾਇਰੈਕਟਰ ਜਨਰਲ, ਸੁਪਰਵਾਈਜ਼ ਕਰਨਾ ਫਾਈਨੈਂਸ਼ੀਅਲ ਪੋਲਿਸੀ ਰਿਵਿਊ ਤੇ ਪ੍ਰਪੋਜ਼ ਤੇ ਅਪਰੂਵ ਕਰਨਾ ਪ੍ਰਪੋਜ਼ ਪ੍ਰੋਗਰਾਮ ਬਜਟ ਨੂੰ। ਓਕੇ, ਉਹ ਤੋਂ ਬਾਅਦ ਨੈਕਸਟ ਹੈ ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ। ਇਹ ਗਲੋਬਲ ਸਟੈਂਡਰਡ ਸੈਟਿੰਗ ਅਥਾਰਟੀ ਹੈ ਸੇਫਟੀ, ਸਿਕਿਉਰਿਟੀ ਤੇ ਇਨਵਾਇਰਨਮੈਂਟ ਪਰਫਾਰਮੈਂਸ ਦੇ ਲਈ ਇੰਟਰਨੈਸ਼ਨਲ ਸ਼ਿਪਿੰਗ ਦੇ। ਇਹਦਾ ਮੇਨ ਰੋਲ ਕੀ ਹੈ? ਕ੍ਰੀਏਟ ਕਰਨਾ ਰੈਗੂਲੇਟਰੀ ਫਰੇਮਵਰਕ ਸ਼ਿਪਿੰਗ ਇੰਡਸਟਰੀ ਲਈ। ਠੀਕ ਹੈ, ਜਿਹੜਾ ਐਸਾ ਇੱਕ ਫਰੇਮਵਰਕ ਹੋਵੇ ਜਿਹੜਾ ਕਿ ਫੇਅਰ ਤੇ ਇਫੈਕਟਿਵ ਹੋਵੇ, ਯੂਨੀਵਰਸਲੀ ਅਡੋਪਟਡ ਹੋਵੇ ਤੇ ਯੂਨੀਵਰਸਲੀ ਇੰਪਲੀਮੈਂਟਡ ਹੋਵੇ। ਇਕਲੌਤੀ ਯੂਨਾਈਟਿਡ ਨੇਸ਼ਨ ਸਪੈਸ਼ਲ ਏਜੰਸੀ ਹੈ ਜਿਹਦੇ ਹੈੱਡਕੁਆਟਰ ਯੂਨਾਈਟਿਡ ਕਿੰਗਡਮ 'ਚ ਨੇ। ਵੈਰੀ ਇੰਪੋਰਟੈਂਟ ਫਸਟ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਜਿਹਨੂੰ ਕਿ ਮੈਰੀਟਾਈਮ ਮੈਟਰਸ ਦੇ ਲਈ ਲਗਾਇਆ ਗਿਆ ਹੈ। ਇਹਦਾ ਆਬਜੈਕਟਿਵ ਕੀ ਇੰਪਰੂਵ ਕਰਨਾ ਮੈਰੀਟਾਈਮ ਸੇਫਟੀ ਤੇ ਮੈਰੀਨ ਪੋਲਿਊਸ਼ਨ ਨੂੰ ਬਚਾਉਣਾ।
ठीक है। ये मैजर करते हैं सारे एस्पैक्ट्स इंटरनेशनल शिपिंग के, जिमें शिप डिज़ाइन, कंस्ट्रक्शन, इक्विपमेंट, मैनिंग, ऑपरेशन, डिस्पोजल। ये कवर करते एक्सीडेंटल तो ऑपरेशन, ऑयल पोल्यूशन अलॉन्ग विद डिफरेंट टाइप ऑफ पोल्यूशन बाय केमिकल गुड्स इन पैकेज फॉर्म, सैवेज, गार्बेज, एयर पोल्यूशन। ओके, बस उस ये याद रखना है। और तो बाद नैक्सट है इंटरनेशनल सिविल एविएशन ऑर्गेनाइजेशन। इनू क्रिएट किया गया सी शिकागो कन्वेंशन तो बाद, जो कि इंटरनेशनल सिविल एविएशन ते हुई सी। ये स्पैशलाइज्ड एजेंसी है यूनाइटेड नेशन ते लिंक है इकनॉमिक ते सोशल काउंसिल दे नाल। अगर आप इहदे हैडकुआटर की गल करिए कैनेडा के मॉन्ट्रियल दे विच है। ये सैट करदी है स्टैंडर्ड ते रेगूलेशनस जो कि जरूरी ने एविएशन की सेफ्टी लई, सिक्योरिटी लई, एफिशिएंसी लई ते नाल ही इन्वायरमेंट प्रोटैक्शन दे लई। ठीक है। उस तो बाद नैक्सट है वर्ल्ड मैट्रोलॉजिकल ऑर्गेनाइजेशन। 1950 ਦੇ ਵਿੱਚ ਇਹਨੂੰ ਕ੍ਰੀਏਟ ਕੀਤਾ ਗਿਆ ਇੱਕ ਇੰਟਰ ਗਵਰਨਮੈਂਟ ਆਰਗੇਨਾਈਜੇਸ਼ਨ ਹੈ। ਯੂਨਾਈਟਿਡ ਨੇਸ਼ਨ ਦੀ ਸਪੈਸ਼ਲਾਈਜ਼ਡ ਏਜੰਸੀ ਬਣੀ 1951 ਦੇ ਵਿੱਚ। ਠੀਕ ਹੈ। ਮੈਟਰੋਲੋਜੀ दैट इज़ वैदर क्लाइमेट नाल रिलेटेड जो भी चीज़ें देखती है, हाइड्रोलॉजी तो जियो फिजिकल साइंस के जिन्ने भी चीज़ां ने वो सब ये देखती है। ओके, मतलब वैदर क्लाइमेट तो वाटर के उपर जो भी चीज़ दसनी है वो सब ये द्वारा दसी जाती है। अगर आप गल करिए हैडकुआटर की तो स्विट्जरलैंड के जनेवा के विच है। ओके, सो मैंबर के राही जोड़े वर्ल्ड मैट्रोलॉजिकल ऑर्गेनाइजेशन है वो ही फोरकास्ट करते हैं, अर्ली वार्निंग देंगे नेशन नूं ताकि डिजास्टर्स तो बचा जा सके। ओके, ओजोन लेयर की डिप्लेशन नाल रिलेटेड चेतावनी भी ये द्वारा ही दी जाती है। क्लाइमेट सेंटर एट इंडियन मैट्रोलॉजिकल डिपार्टमेंट पुणे। सो काफ़ी कुछ पढ़िया जो अपन ये लैक्चर दे विच। ये लैक्चर में इत्थे स्टॉप करते हैं बिकॉज नहीं तो सारा कुछ थोड़ा मिक्स हो जाएगा। बाकी यूनाइटेड नेशन नाल रिलेटेड जो भी इंपॉर्टेंट चीज़ां ने अपन नैक्सट लैक्चर दे विच डिस्कस करांगे। सो अज लई इन्ना ही, मिलदा नैक्सट लैक्चर दे विच। थैंक यू सो मच।